ਕਹਿੰਦੇ ਨੇ ਪੰਜਾਬ ਦੇ ਪਿੰਡਾਂ ਵਿੱਚ ਕੁਝ ਦਰਖਤਾਂ ਤੇ ਪੁਰਾਣੀਆਂ ਰੂਹਾਂ ਦਾ ਵਾਸਾ ਹੁੰਦਾ ਹੈ। ਪਰ ਕੀ ਹੁੰਦਾ ਹੈ ਜਦੋਂ ਕੋਈ ਸ਼ਹਿਰੀ ਮੁੰਡਾ ਇਸ ਸੱਚਾਈ ਦਾ ਮਜ਼ਾਕ ਉਡਾਉਂਦਾ ਹੈ? ਇਹ ਕਹਾਣੀ ਹੈ ਜਗਦੀਪ ਦੀ, ਜੋ ਹੰਕਾਰ ਵਿੱਚ ਆ ਕੇ ਪਿੰਡ ਦੇ ਸਭ ਤੋਂ ਡਰਾਉਣੇ ਬੋਹੜ ਦੇ ਦਰਖਤ ਹੇਠਾਂ ਰਾਤ ਕੱਟਣ ਦੀ ਸ਼ਰਤ ਲਾ ਬੈਠਾ। ਇੱਕ ਅਜਿਹਾ ਦਰਖਤ ਜਿੱਥੇ ਕਹਿੰਦੇ ਨੇ ਸਦੀਆਂ ਤੋਂ ਇੱਕ ਜਿੰਨੀ ਰਹਿੰਦੀ ਸੀ। ਉਸਨੂੰ ਨਹੀਂ ਪਤਾ ਸੀ ਕਿ ਉਸਦੀ ਇੱਕ ਗਲਤੀ ਉਸਨੂੰ ਇੱਕ ਅਜਿਹਾ ਸਰਾਪ ਨਾਲ ਜੋੜ ਦੇਵੇਗੀ ਜੋ ਪਿੰਡ ਤੋਂ ਸ਼ਹਿਰ ਤੱਕ ਉਸਦਾ ਪਿੱਛਾ ਨਹੀਂ ਛੱਡੇਗਾ। ਆਓ ਸੁਣਦੇ ਹਾਂ ਰਸੂਲਪੁਰ ਦੀ ਜਿੰਨੀ ਦੀ ਇਹ ਭਿਆਨਕ ਕਹਾਣੀ। ਰਸੂਲਪੁਰ ਪਿੰਡ ਸੰਘਣੀ ਚੰਨ ਰਹਿਤ ਹਨੇਰੀ ਰਾਤ ਦੀ ਬੁੱਕਲ ਵਿੱਚ ਸੁੱਤਾ ਪਿਆ ਸੀ। ਅਜਿਹੀ ਰਾਤ ਜੋ ਆਵਾਜ਼ ਨੂੰ ਵੀ ਨਿਗਲ ਜਾਂਦੀ ਹੈ। ਜਗਦੀਪ, ਜੋ ਆਪਣੇ ਚਚੇਰੇ ਭਰਾ ਦੇ ਵਿਆਹ ਲਈ ਸ਼ਹਿਰ ਤੋਂ ਵਾਪਸ ਆਇਆ ਸੀ, ਨੂੰ ਇਹ ਚੁੱਪੀ ਦਮ ਕੁੱਟਣ ਵਾਲੀ ਲੱਗ ਰਹੀ ਸੀ। ਲੁਧਿਆਣੇ ਵਿੱਚ ਰਾਤ ਇੰਜਣਾਂ ਅਤੇ ਦੂਰ ਦੇ ਸਾਇਰਨਾਂ ਦੀ ਇੱਕ ਸੰਗੀਤਕ ਧੁਨ ਸੀ। ਇੱਥੇ ਇਹ ਇੱਕ ਸੁਨਸਾਨ ਸੀ। ਤੁਸੀਂ ਸ਼ਹਿਰੀ ਮੁੰਡੇ ਚੁੱਪ ਜਾਂਦੇ ਹੋ। ਉਸਦੇ ਚਚੇਰੇ ਭਰਾ ਹਰਨੇਕ ਨੇ ਉਸ ਸ਼ਾਮ ਨੂੰ ਤਾਨਾ ਮਾਰਿਆ ਸੀ। ਉਸਦੇ ਸ਼ਬਦਾਂ ਵਿੱਚ ਦੇਸੀ ਦਾਰੂ ਦੀ ਮਹਿਕ ਸੀ। ਮੈਂ ਸ਼ਰਤ ਲਾਉਂਦਾ ਹਾਂ, ਤੂੰ ਪੁਰਾਣੇ ਬੋਹੜ ਦੇ ਦਰਖਤ ਕੋਲ 1 ਘੰਟਾ ਵੀ ਨਹੀਂ ਕੱਢ ਸਕਦਾ, ਜਿੱਥੇ ਰਸੂਲਪੁਰ ਦੀ ਜਿੰਨੀ ਰਹਿਤੀ ਹੈ। ਮੰਜੀਆਂ ਤੇ ਬੈਠੇ ਆਦਮੀਆਂ ਵਿੱਚ ਹਾਸਾ ਫੁੱਟ ਪਿਆ। ਜਗਦੀਪ ਸ਼ਹਿਰੀ ਹੰਕਾਰ ਅਤੇ ਜਿਸਨੂੰ ਉਹ ਪਿੰਡ ਦਾ ਵਹਿਮ-ਭਰਮ ਕਹਿੰਦਾ ਸੀ, ਉਸ ਨਾਲ ਭਰਿਆ ਹੋਇਆ ਬੋਲਿਆ, ਇੱਕ ਦਰਖਤ? ਤੁਸੀਂ ਦਰਖਤ ਤੋਂ ਡਰਦੇ ਹੋ? ਮੈਂ ਅੱਜ ਰਾਤ ਉੱਥੇ ਹੀ ਸੋਵਾਂਗਾ। ਹੁਣ ਆਪਣੇ ਮੋਢਿਆਂ ਤੇ ਪਤਲੀ ਜੀ ਚਾਦਰ ਲੈ ਕੇ ਜਗਦੀਪ ਪੁਰਾਣੇ ਬੋਹੜ ਦੇ ਹੇਠਾਂ ਪੱਕੀ ਜ਼ਮੀਨ ਤੇ ਬੈਠਾ ਸੀ। ਇਸ ਦੀਆਂ ਹਵਾਈ ਜੜ੍ਹਾਂ ਹਜ਼ਾਰਾਂ ਪਿੰਜਰ ਹੱਥਾਂ ਦੀਆਂ ਗੰਢਦਾਰ ਉਂਗਲਾਂ ਵਾਂਗ ਲਟਕ ਰਹੀਆਂ ਸਨ। ਹਵਾ ਸਾਧਾਰਣ ਤੌਰ ਤੇ ਸ਼ਾਂਤ ਅਤੇ ਠੰਡੀ ਸੀ। ਝਿੰਗੁਰਾਂ ਦੀ ਆਵਾਜ਼ ਬੰਦ ਹੋ ਗਈ ਸੀ। ਪਿੰਡ ਦੇ ਕੁੱਤਿਆਂ ਦੇ ਦੂਰੋਂ ਭੌਂਕਣ ਦੀ ਆਵਾਜ਼ ਵੀ ਗਾਇਬ ਸੀ। ਸਿਰਫ ਉਸਦੇ ਆਪਣੇ ਸਾਹ ਅਤੇ ਉਸਦੇ ਦਿਲ ਦੀ ਤੇਜ਼ ਧੜਕਣ ਦੀ ਆਵਾਜ਼ ਸੀ, ਜਿਸਨੂੰ ਉਹ ਗੁੱਸੇ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇੱਕ ਹਲਕੀ ਜੀ ਖੁਸ਼ਬੂ, ਚਮੇਲੀ ਅਤੇ ਪੁਰਾਣੇ ਗੁਲਾਬ ਵਾਂਗ ਮਿੱਠੀ ਅਤੇ ਨਸ਼ੀਲੀ, ਹਵਾ ਵਿੱਚ ਘੁਲ ਗਈ। ਇਹ ਅਜਿਹਾ ਅਤਰ ਸੀ ਜੋ ਪਿੰਡ ਦੀ ਕੋਈ ਵੀ ਔਰਤ ਨਹੀਂ ਲਗਾਉਂਦੀ ਸੀ। ਉਸਨੇ ਆਲੇ-ਦੁਆਲੇ ਦੇਖਿਆ। ਉਸਦੀਆਂ ਅੱਖਾਂ ਹਨੇਰੇ ਵਿੱਚ ਜ਼ੋਰ ਲਾ ਰਹੀਆਂ ਸਨ। ਉਸਨੂੰ ਜੜ੍ਹਾਂ ਦੇ ਲਟਕਦੇ ਪਰਦਿਆਂ ਤੋਂ ਇਲਾਵਾ ਕੁਝ ਨਹੀਂ ਦਿਸਿਆ। ਫਿਰ ਇੱਕ ਨਿੱਕੀ ਜੀ ਚਾਂਦੀ ਦੀ ਘੰਟੀ ਦੀ ਛਣਕਾਰ ਵਾਂਗ ਇੱਕ ਹਲਕੀ ਜੀ ਹਾਸੀ ਦੀ ਆਵਾਜ਼ ਦਰਖਤ ਦੇ ਵਿਸ਼ਾਲ ਤਣੇ ਪਿੱਛੋਂ ਆਈ। ਕੌਣ ਹੈ ਉੱਥੇ? ਜਗਦੀਪ ਨੇ ਕਿਹਾ। ਉਸਦੀ ਆਵਾਜ਼ ਸੁੱਕੀ ਅਤੇ ਫਟਵੀ ਸੀ। ਅਰਨੇ, ਜੇ ਤੂੰ ਹੈ ਤਾਂ ਇਹ ਮਜ਼ਾਕ ਚੰਗਾ ਨਹੀਂ। ਹਾਸੀ ਦੀ ਆਵਾਜ਼ ਫਿਰ ਆਈ, ਇਸ ਵਾਰ ਹੋਰ ਨੇੜਿਓਂ। ਇੱਕ ਪਰਛਾਵਾ ਦਰਖਤ ਦੇ ਪਿੱਛੋਂ ਬਾਹਰ ਨਿਕਲਿਆ। ਇਹ ਇੱਕ ਔਰਤ ਸੀ, ਇੰਨੀ ਸੁੰਦਰ ਜਿੰਨੀ ਉਸਨੇ ਕਦੇ ਨਹੀਂ ਦੇਖੀ ਸੀ। ਉਸਨੇ ਇੱਕ ਚਮਕਦਾਰ ਲਾਲ ਸੂਟ ਪਾਇਆ ਹੋਇਆ ਸੀ। ਉਸਦੇ ਵਾਲ ਖੁੱਲ੍ਹੇ ਸਨ ਅਤੇ ਉਸਦੀ ਕਮਰ ਤੱਕ ਵਹਿ ਰਹੇ ਸਨ। ਉਸਦੀਆਂ ਵੱਡੀਆਂ ਕਾਲੀਆਂ ਅੱਖਾਂ ਵਿੱਚ ਇੱਕ ਮਨਮੋਹਕ ਰੋਸ਼ਨੀ ਸੀ। ਤੁਸੀਂ ਇੱਥੋਂ ਦੇ ਨਹੀਂ ਹੋ, ਉਸਨੇ ਕਿਹਾ। ਉਸਦੀ ਆਵਾਜ਼ ਇੱਕ ਸੰਗੀਤ ਵਾਂਗ ਸੀ। ਪਹਿਲਾਂ ਨਹੀਂ ਦੇਖਿਆ। ਜਗਦੀਪ ਜੰਮ ਗਿਆ। ਉਸਦਾ ਹੌਸਲਾ ਠੰਡੀ ਹਵਾ ਵਿੱਚ ਉੱਡ ਗਿਆ। ਉਸਦੀ ਦਾਦੀ ਦੀਆਂ ਚੇਤਾਵਨੀਆਂ, ਕਹਾਣੀਆਂ, ਜਿਨ੍ਹਾਂ ਨੂੰ ਉਸਨੇ ਸਾਰੀ ਉਮਰ ਨਜ਼ਰਅੰਦਾਜ਼ ਕੀਤਾ ਸੀ, ਉਸਦੇ ਦਿਮਾਗ ਵਿੱਚ ਆਉਣ ਲੱਗੀਆਂ। ਉਹ ਰੂਪ ਬਦਲ ਸਕਦੇ ਹਨ। ਉਹ ਸੁੰਦਰਤਾ ਨਾਲ ਲੁਭਾਉਂਦੇ ਹਨ। ਉਹਨਾਂ ਦੇ ਗਿੱਟੇ ਨਹੀਂ ਹੁੰਦੇ ਅਤੇ ਉਹਨਾਂ ਦੇ ਪੈਰ ਪੁੱਠੇ ਹੁੰਦੇ ਹਨ। ਉਸਨੇ ਆਪਣੀ ਨਿਗਾਹ ਹੇਠਾਂ ਵੱਲ ਕੀਤੀ। ਪੱਤਿਆਂ ਵਿੱਚੋਂ ਛਣ ਕੇ ਆਉਂਦੀ ਮੱਧਮ ਤਾਰਿਆਂ ਦੀ ਰੌਸ਼ਨੀ ਵਿੱਚ ਉਸਨੇ ਉਸਦੇ ਪੈਰ ਦੇਖੇ। ਉਹ ਨੰਗੇ, ਸੁੰਦਰ ਅਤੇ ਪੁੱਠੇ ਪਾਸੇ ਸਨ। ਇੱਕ ਚੀਕ ਉਸਦੇ ਗਲੇ ਵਿੱਚ ਹੀ ਫਸ ਕੇ ਰਹਿ ਗਈ। ਉਹ ਪਿੱਛੇ ਨੂੰ ਖਿਸਕਿਆ। ਧੂੜ ਉਡਾਉਂਦਾ ਹੋਇਆ ਔਰਤ ਦਾ ਸੁੰਦਰ ਚਿਹਰਾ ਵਿਗੜਨ ਲੱਗਾ। ਉਸਦੀ ਮੁਸਕਰਾਹਟ ਅਸਾਧਾਰਨ ਤੌਰ ਤੇ ਚੌੜੀ ਹੋ ਗਈ। ਉਸਦੇ ਦੰਦ ਸੂਈਆਂ ਵਾਂਗ ਤਿੱਖੇ ਹੋ ਗਏ। ਉਸਦੀ ਮਧੁਰ ਆਵਾਜ਼ ਇੱਕ ਡੂੰਗੀ ਗੁਰਰ ਵਿੱਚ ਬਦਲ ਗਈ, ਜੋ ਉਸਦੀਆਂ ਹੱਡੀਆਂ ਵਿੱਚ ਕੰਬਣੀ ਛੇੜ ਗਈ। ਇੱਕ ਦਰਖਤ ਤੋਂ ਡਰਦਾ ਹੈ? ਉਸ ਚੀਜ਼ ਨੇ ਹਰਨੇਕ ਦੇ ਲਹਿਜੇ ਵਿੱਚ ਮਜ਼ਾਕ ਉਡਾਇਆ। ਜਗਦੀਪ ਮੁੜਿਆ ਅਤੇ ਭੱਜਾ। ਉਹ ਉਲਝੀਆਂ ਹੋਈਆਂ ਜੜ੍ਹਾਂ ਵਿੱਚੋਂ ਭੱਜਾ। ਕੰਡੇ ਉਸਦੇ ਕੱਪੜੇ ਅਤੇ ਚੰਬੀ ਨੂੰ ਪਾੜ ਰਹੇ ਸਨ। ਉਹ ਚੀਜ਼ ਭੱਜੀ ਨਹੀਂ, ਇਹ ਉਸਦੇ ਪਿੱਛੇ ਹਵਾ ਵਿੱਚ ਤੈਰ ਰਹੀ ਸੀ। ਉਸਦਾ ਭਿਆਨਕ ਹਾਸਾ ਖਾਲੀ ਖੇਤਾਂ ਵਿੱਚ ਗੂੰਜ ਰਿਹਾ ਸੀ।
ਉਸ ਦੇ ਠੰਡੇ ਸਾਹ ਨੂੰ ਆਪਣੀ ਗਰਦਨ ਤੇ ਮਹਿਸੂਸ ਕਰ ਸਕਦਾ ਸੀ। ਉਹ ਬੋਰ ਦੇ ਪਰਛਾਵੇ ਤੋਂ ਬਾਹਰ ਨਿਕਲ ਕੇ ਸਰੋਂ ਦੇ ਖੇਤਾਂ ਵਿੱਚ ਆ ਗਿਆ। ਪੀਲੇ ਫੁੱਲ ਉਸਦੇ ਗਿੱਟਿਆਂ ਨੂੰ ਫੜਮੇ ਜਾਪਦੇ ਸਨ। ਪਿੰਡ ਵਾਪਸ ਜਾਣ ਦਾ ਰਸਤਾ ਮੀਲਾਂ ਲੰਮਾ ਲੱਗ ਰਿਹਾ ਸੀ। ਉਸਨੂੰ ਆਪਣੀ ਦਾਦੀ ਦੀ ਇੱਕ ਹੋਰ ਕਹਾਣੀ ਯਾਦ ਆਈ। ਪਵਿੱਤਰ ਗ੍ਰੰਥਾਂ ਦੀ ਇਹ ਤੁਕ, ਸਾਰੀਆਂ ਬੁਰਾਈਆਂ ਦੇ ਵਿਰੁੱਧ ਇੱਕ ਢਾੜ। ਉਹ ਠੋਕਰ ਖਾ ਕੇ ਡਿੱਗ ਗਿਆ। ਹਫਦਾ ਹੋਇਆ ਉਸਦਾ ਦਿਮਾਗ ਦਰਦ ਦੇ ਤੂਫਾਨ ਵਿੱਚ ਗਿਰਿਆ ਹੋਇਆ ਸੀ। ਸ਼ਬਦ ਉਸਨੂੰ ਟੁਕੜਿਆਂ ਵਿੱਚ ਯਾਦ ਆਏ। ਇੱਕ ਓਅੰਕਾਰ, ਸਤਿਨਾਮ। ਉਸਨੇ ਟੁੱਟੀ ਹੋਈ ਆਵਾਜ਼ ਵਿੱਚ ਕਿਹਾ। ਇਹ ਅਰਦਾਸ ਇੱਕ ਹਤਾਸ਼, ਟੁੱਟੀ ਭੱਜੀ ਫੁਸਫੁਸਾਹਟ ਸੀ। ਜਿਵੇਂ ਜਿਵੇਂ ਉਹ ਸ਼ਬਦ ਬੋਲਦਾ ਗਿਆ, ਉਸਦੇ ਪਿੱਛੇ ਆ ਰਹੀ ਤਿੱਖੀ ਹਾਸੀ ਕਮਜ਼ੋਰ ਪੈਂਦੀ ਗਈ। ਉਸਨੇ ਪਿੱਛੇ ਮੁੜ ਕੇ ਦੇਖਣ ਦੀ ਹਿੰਮਤ ਕੀਤੀ। ਉਹ ਪਰਛਾਵਾ ਹੁਣ ਇੱਕ ਸੁੰਦਰ ਔਰਤ ਨਹੀਂ ਸੀ, ਸਗੋਂ ਪਰਛਾਵੇ ਅਤੇ ਥੂਰ ਦਾ ਇੱਕ ਉੱਚਾ, ਘੁੰਮਦਾ ਹੋਇਆ ਥੰਮ ਸੀ, ਜਿਸ ਦੀਆਂ ਅੱਖਾਂ ਹਨੇਰੇ ਵਿੱਚ ਲਾਲ ਗਰਮ ਕੋਲਿਆਂ ਵਾਂਗ ਬਲ ਰਹੀਆਂ ਸਨ। ਉਸਨੇ ਬਾਕੀ ਦੀ ਤੁਕ ਚੀਕ ਕੇ ਪੜ੍ਹੀ, ਇਹ ਜਾਣੇ ਬਿਨਾਂ ਕਿ ਉਹ ਸਹੀ ਬੋਲ ਰਿਹਾ ਸੀ ਜਾਂ ਨਹੀਂ। ਹੰਝੂ ਅਤੇ ਪਸੀਨਾ ਉਸਦੀ ਨਜ਼ਰ ਨੂੰ ਧੁੰਦਲਾ ਕਰ ਰਹੇ ਸਨ। ਅੰਤ ਵਿੱਚ ਉਹ ਪਿੰਡ ਦੇ ਬਾਹਰਵਾਰ ਡਿੱਗ ਪਿਆ। ਗੁਰਦੁਆਰੇ ਦੇ ਲਾਊਡ ਸਪੀਕਰ ਤੋਂ ਸਵੇਰ ਦੀ ਪਹਿਲੀ ਅਜ਼ਾਨ ਦੀ ਆਵਾਜ਼ ਨੇ ਧੁੰਦ ਨੂੰ ਚੀਰ ਦਿੱਤਾ। ਦਮ ਘੁੱਟਣ ਵਾਲੀ ਚੁੱਪੀ ਟੁੱਟ ਗਈ ਸੀ। ਸੂਰਜ ਚੜ੍ਹ ਰਿਹਾ ਸੀ। ਉਸਨੇ ਪਿੱਛੇ ਮੁੜ ਕੇ ਦੇਖਿਆ। ਖੇਤ ਖਾਲੀ ਸਨ। ਜਗਦੀਪ ਨੇ ਕਦੇ ਕਿਸੇ ਨੂੰ ਨਹੀਂ ਦੱਸਿਆ ਕਿ ਕੀ ਹੋਇਆ ਸੀ। ਉਸਨੇ ਵਿਆਹ ਦੀਆਂ ਰਸਮਾਂ ਇੱਕ ਚੁੱਪ ਸੁੰਨ ਹੋ ਕੇ ਪੂਰੀਆਂ ਕੀਤੀਆਂ। ਜਦੋਂ ਉਹ ਲੁਧਿਆਣੇ ਲਈ ਰਵਾਨਾ ਹੋਇਆ ਤਾਂ ਉਸਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪਰ ਹਰ ਰਾਤ ਸ਼ਹਿਰ ਦੇ ਸ਼ੋਰ ਵਿੱਚ ਉਹ ਅਜੇ ਵੀ ਖੇਤਾਂ ਦੀ ਉਸ ਭਿਆਨਕ ਚੁੱਪ ਨੂੰ ਸੁਣ ਸਕਦਾ ਹੈ। ਅਤੇ ਕਦੇ-ਕਦੇ ਹਵਾ ਦੇ ਨਾਲ ਉਸਨੂੰ ਚਮੇਲੀ ਅਤੇ ਪੁਰਾਣੇ ਗੁਲਾਬ ਦੀ ਉਹ ਹਲਕੀ, ਮਿੱਠੀ ਖੁਸ਼ਬੂ ਆਉਂਦੀ ਹੈ। ਲੁਧਿਆਣੇ ਦਾ ਸ਼ੋਰ ਹੁਣ ਕੋਈ ਦਿਲਾਸਾ ਨਹੀਂ ਸੀ, ਇੱਕ ਪਤਲਾ ਜਿਹਾ ਪਰਦਾ ਸੀ। ਜਗਦੀਪ ਨੇ ਟੈਕਸਟਾਈਲ ਫੈਕਟਰੀ ਵਿੱਚ ਆਪਣੇ ਆਪ ਨੂੰ ਕੰਮ ਵਿੱਚ ਡੁਬੋ ਲਿਆ। ਖੱਡੀਆਂ ਦੀ ਬੋਲੀ ਕਰ ਦੇਣ ਵਾਲੀ ਖੜ-ਖੜ ਇੱਕ ਸੁਖਾਵੀ ਭਟਕਣ ਸੀ। ਉਹ ਡਬਲ ਸ਼ਿਫਟਾਂ ਕਰਦਾ। ਆਪਣੇ ਛੋਟੇ ਜਿਹੇ ਅਪਾਰਟਮੈਂਟ ਵਿੱਚ ਉਦੋਂ ਹੀ ਵਾਪਸ ਆਉਂਦਾ ਜਦੋਂ ਥਕਾਵਟ ਬਿਨਾਂ ਸੁਪਨਿਆਂ ਦੀ ਨੀਂਦ ਦਾ ਵਾਅਦਾ ਕਰਦੀ। ਪਰ ਨੀਂਦ ਨੇ ਕੋਈ ਬਚਾ ਨਹੀਂ ਕੀਤਾ। ਉਹ ਚਾਂਦੀ ਦੀ ਕੰਟੀ ਦੀ ਹਲਕੀ ਛਣਕਾਰ ਨਾਲ ਜਾਗ ਜਾਂਦਾ। ਇੱਕ ਅਜਿਹੀ ਆਵਾਜ਼ ਜਿਸ ਨੂੰ ਸ਼ਹਿਰ ਦੇ ਸ਼ੋਰ ਵਿੱਚ ਸੁਣਨਾ ਅਸੰਭਵ ਸੀ। ਉਹ ਆਪਣੀ ਅੱਖ ਦੇ ਕੋਨੇ ਵਿੱਚ ਇੱਕ ਚਮਕਦਾਰ ਲਾਲ ਦੁਪੱਟੇ ਦੀ ਝਲਕ ਦੇਖਦਾ, ਪਰ ਮੁੜਨ ਤੇ ਸਿਰਫ ਇੱਕ ਲੰਘਦੀ ਕਾਰ ਦੀ ਪਿਛਲੀ ਲਾਈਟ ਹੁੰਦੀ। ਚਮੇਲੀ ਅਤੇ ਗੁਲਾਬ ਦੀ ਮਹਿਕ, ਮਿੱਠੀ ਅਤੇ ਭਾਰੀ, ਇੱਕ ਪਲ ਲਈ ਉਸਦੇ ਕਮਰੇ ਨੂੰ ਭਰ ਦਿੰਦੀ ਅਤੇ ਫਿਰ ਗਾਇਬ ਹੋ ਜਾਂਦੀ। ਉਸਨੂੰ ਸ਼ਹਿਰ ਦੀ ਬਾਸੀ ਹਵਾ ਵਿੱਚ ਹਫਤਾ ਛੱਡ ਜਾਂਦੀ। ਇਹ ਡਰ ਹੋਰ ਵਧ ਗਿਆ ਬਰਸਾਤੀ ਦੁਪਹਿਰ, ਜਦੋਂ ਉਹ ਆਪਣੀ ਦਫ਼ਤਰ ਦੀ ਖਿੜਕੀ ਤੋਂ ਬਾਹਰ ਦੇਖ ਰਿਹਾ ਸੀ ਤਾਂ ਉਸਦਾ ਪ੍ਰਤੀਬਿੰਬ ਉਸਦਾ ਆਪਣਾ ਨਹੀਂ ਸੀ। ਇੱਕ ਪਲ ਲਈ ਜਿੰਨੀ ਦਾ ਸੁੰਦਰ, ਭਿਆਨਕ ਚਿਹਰਾ ਉਸਨੂੰ ਘੂਰ ਰਿਹਾ ਸੀ। ਉਸਦੇ ਬੁੱਲੇ ਇੱਕ ਅਸਾਧਾਰਨ ਚੋਰੀ ਮੁਸਕਰਾਹਟ ਵਿੱਚ ਮੁੜੇ ਹੋਏ ਸਨ। ਉਹ ਸ਼ੀਸ਼ੇ ਤੋਂ ਪਿੱਛੇ ਹਟ ਗਿਆ। ਉਸਦਾ ਦਿਲ ਉਸਦੀਆਂ ਪਸਲੀਆਂ ਨਾਲ ਟਕਰਾ ਰਿਹਾ ਸੀ। ਜਦੋਂ ਉਸਨੇ ਦੁਬਾਰਾ ਦੇਖਣ ਦੀ ਹਿੰਮਤ ਕੀਤੀ ਤਾਂ ਇਹ ਸਿਰਫ ਉਸਦਾ ਆਪਣਾ ਫਿੱਕਾ, ਡਰਿਆ ਹੋਇਆ ਚਿਹਰਾ ਸੀ। ਉਸਦਾ ਫੋਨ ਅਜੀਬ ਸਮੇਂ ਤੇ ਵੱਜ ਲੱਗਾ। ਕਾਲਰ ਆਈਡੀ ਹਮੇਸ਼ਾ ਅਣਜਾਣ ਹੁੰਦੀ। ਪਹਿਲੀ ਵਾਰ ਜਦੋਂ ਉਸਨੇ ਜਵਾਬ ਦਿੱਤਾ ਤਾਂ ਸਿਰਫ ਸਥਿਰ ਆਵਾਜ਼ ਸੀ, ਪਰ ਇਸ ਤੇ ਹੇਠਾਂ ਇੱਕ ਹਲਕੀ ਮਧੁਰ ਗੁਣਗੁਣਾਹਟ। ਦੂਜੀ ਵਾਰ ਉਸਨੇ ਉਹ ਹਾਸੀ ਸੁਣੀ, ਉਹ ਚਾਂਦੀ ਘੰਟੀ ਦੀ ਛਣਕਾਰ ਜੋ ਹੁਣ ਉਸਦਾ ਖੂਨ ਠੰਡਾ ਕਰ ਦਿੰਦੀ ਸੀ। ਉਸਨੇ ਫੋਨ ਕੰਧ ਨਾਲ ਮਾਰ ਕੇ ਤੋੜ ਦਿੱਤਾ। ਉਸਨੇ ਇੱਕ ਨਵਾਂ ਖਰੀਦਿਆ, ਪਰ ਕਾਲਾਂ ਜਾਰੀ ਰਹੀਆਂ। ਹਰਨੇਕ ਨੇ ਇੱਕ ਦਿਨ ਫੋਨ ਕੀਤਾ। ਉਸਦੀ ਆਵਾਜ਼ ਵਿੱਚ ਚਿੰਤਾ ਸੀ। ਜਗਦੀਪ, ਤੂੰ ਠੀਕ ਹੈ? ਤੂੰ ਸਹੀ ਢੰਗ ਨਾਲ ਅਲਵਿਦਾ ਕਹੇ ਬਿਨਾਂ ਚਲਾ ਗਿਆ। ਸਾਰੇ ਤੇਰੇ ਬਾਰੇ ਪੁੱਛ ਰਹੇ ਹਨ। ਮੈਂ ਠੀਕ ਹਾਂ, ਜਗਦੀਪ ਨੇ ਝੂਠ ਬੋਲਿਆ। ਉਸਦੀ ਆਵਾਜ਼ ਭਾਰੀ ਸੀ। ਬਸ ਕੰਮ ਵਿੱਚ ਰੁੱਝਿਆ ਹੋਇਆ ਹੋ। ਤੂੰ ਆਪਣੀਆਂ ਤਸਵੀਰਾਂ ਵਿੱਚ ਕਮਜ਼ੋਰ ਲੱਗਦਾ ਹੈ, ਹਰਨੇਕ ਨੇ ਜ਼ੋਰ ਦੇ ਕੇ ਕਿਹਾ, ਜਿਵੇਂ ਤੂੰ ਕੋਈ ਭੂਤ ਦੇਖ ਲਿਆ ਹੋਵੇ। ਜਗਦੀਪ ਨੇ ਅਚਾਨਕ ਫੋਨ ਕੱਟ ਦਿੱਤਾ। ਉਸਦੇ ਸਹਿ ਕਰਮਚਾਰੀਆਂ ਨੇ ਬਦਲਾਅ ਮਹਿਸੂਸ ਕੀਤਾ।
ਆਤਮ-ਵਿਸ਼ਵਾਸੀ, ਰੌਲਾ ਪਾਉਣ ਵਾਲਾ ਜਗਦੀਪ ਚਲਾ ਗਿਆ ਸੀ, ਉਸ ਦੀ ਥਾਂ ਇੱਕ ਕਮਜ਼ੋਰ, ਘਬਰਾਏ ਹੋਏ ਆਦਮੀ ਨੇ ਲੈ ਲਈ, ਜੋ ਪਰਛਾਵਿਆਂ ਤੋਂ ਡਰਦਾ ਸੀ। ਉਸ ਦੇ ਬੌਸ ਨੇ ਉਸ ਨੂੰ ਛੁੱਟੀ ਲੈਣ ਦਾ ਸੁਝਾਅ ਦਿੱਤਾ। ਹੌਲੀ ਜਿਹੀ ਇੱਕ ਮਨੋਵਿਗਿਆਨੀ ਦਾ ਕਾਰਡ ਮੇਜ਼ 'ਤੇ ਰੱਖ ਦਿੱਤਾ। ਜਗਦੀਪ ਹਤਾਸ਼ ਹੋ ਕੇ ਚਲਾ ਗਿਆ। ਉਹ ਨਿਰਜੀਵ, ਆਧੁਨਿਕ ਦਫ਼ਤਰ ਵਿੱਚ ਬੈਠਾ ਅਤੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਡਾਕਟਰ ਨੇ ਧੀਰਜ ਨਾਲ ਸੁਣਿਆ। ਸਿਰ ਹਿਲਾਉਂਦੇ ਹੋਏ ਉਸਨੇ ਉਸ ਨੂੰ ਗੰਭੀਰ ਚਿੰਤਾ ਅਤੇ ਸਦਮੇ ਤੋਂ ਬਾਅਦ ਦੇ ਤਣਾਅ ਦਾ ਰੋਗੀ ਦੱਸਿਆ, ਜੋ ਸ਼ਾਇਦ ਸ਼ਹਿਰੀ ਜੀਵਨ ਦੇ ਦਬਾਅ ਅਤੇ ਪਿੰਡ ਦੇ ਅਣਜਾਣ ਮਾਹੌਲ ਕਾਰਨ ਹੋਏ ਥੋੜ੍ਹੇ ਸਮੇਂ ਦੇ ਮਨੋਵਿਗਿਆਨਿਕ ਦੌਰੇ ਕਰਕੇ ਹੋਇਆ ਸੀ। ਉਸਨੇ ਦਵਾਈਆਂ ਲਿਖੀਆਂ ਜਿਨ੍ਹਾਂ ਨੇ ਜਗਦੀਪ ਦੀਆਂ ਇੰਦਰੀਆਂ ਨੂੰ ਸੁੰਨ ਕਰ ਦਿੱਤਾ, ਪਰ ਉਸ ਜਿੰਨੀ ਦੇ ਦੌਰੇ ਨਹੀਂ ਰੋਕੇ। ਆਖਰੀ ਘਟਨਾ ਉਸ ਦੀ ਵਾਪਸੀ ਤੋਂ 1 ਮਹੀਨੇ ਬਾਅਦ ਹੋਈ। ਉਹ ਦੇਰ ਰਾਤ ਤੱਕ ਕੰਮ ਕਰ ਰਿਹਾ ਸੀ। ਵਿਸ਼ਾਲ ਫੈਕਟਰੀ ਦੇ ਫਰਸ਼ 'ਤੇ ਇਕੱਲਾ, ਮਸ਼ੀਨਾਂ ਚੁੱਪ ਸਨ। ਉਹ ਇਨਵੈਂਟਰੀ ਲੌਗਸ ਦੀ ਸਮੀਖਿਆ ਕਰ ਰਿਹਾ ਸੀ ਜਦੋਂ ਉਸਨੇ ਇੱਕ ਅਚਾਨਕ ਤੀਬਰ ਠੰਡ ਮਹਿਸੂਸ ਕੀਤੀ। ਝਮੇਲੀ ਦੀ ਮਹਿਕ ਬਹੁਤ ਤੇਜ਼ ਸੀ। ਉਸਨੇ ਉੱਪਰ ਦੇਖਿਆ। ਗਲੀ ਦੇ ਦੂਜੇ ਸਿਰੇ 'ਤੇ 2 ਵਿਸ਼ਾਲ ਖੱਡਿਆਂ ਦੇ ਵਿਚਕਾਰ ਲਾਲ ਕੱਪੜਿਆਂ ਵਾਲੀ ਔਰਤ ਖੜੀ ਸੀ। ਉਹ ਹੁਣ ਤੈਰ ਜਾਂ ਚਮਕ ਨਹੀਂ ਰਹੀ ਸੀ। ਉਹ ਬਿਲਕੁਲ ਸਥਿਰ ਖੜੀ ਸੀ। ਉਸ ਦਾ ਸਿਰ ਇੱਕ ਪਾਸੇ ਝੁਕਿਆ ਹੋਇਆ ਸੀ। ਉਸ ਦੇ ਪੁੱਠੇ ਪੈਰ ਕੰਕਰੀਟ ਦੇ ਫਰਸ਼ 'ਤੇ ਮਜ਼ਬੂਤੀ ਨਾਲ ਟਿਕੇ ਹੋਏ ਸਨ। ਉਸਨੇ ਇੱਕ ਹੱਥ ਚੁੱਕਿਆ ਅਤੇ ਉਸ ਨੂੰ ਇਸ਼ਾਰਾ ਕੀਤਾ। ਉਸ ਦੀ ਮੁਸਕਰਾਹਟ ਉਸ ਦੇ ਸੁੰਦਰ ਚਿਹਰੇ 'ਤੇ ਇੱਕ ਭਿਆਨਕ ਚੀਰ ਵਾਂਗ ਸੀ। ਜਗਦੀਪ ਚੀਕਿਆ ਨਹੀਂ। ਇੱਕ ਭਿਆਨਕ ਸਪਸ਼ਟਤਾ ਉਸ ਉੱਤੇ ਛਾ ਗਈ। ਮਨੋਵਿਗਿਆਨੀ ਗਲਤ ਸੀ। ਗੋਲੀਆਂ ਬੇਕਾਰ ਸਨ। ਇਹ ਉਸ ਦੇ ਦਿਮਾਗ ਵਿੱਚ ਨਹੀਂ ਸੀ। ਇਹ ਅਸਲੀ ਸੀ ਅਤੇ ਇਹ ਉਸ ਦਾ ਪਿੱਛਾ ਕਰ ਰਹੀ ਸੀ। ਇਸਨੇ ਪਿੰਡ ਅਤੇ ਸ਼ਹਿਰ, ਵਹਿਮ ਅਤੇ ਤਰਕ ਦੀਆਂ ਹੱਦਾਂ ਪਾਰ ਕਰ ਲਿਆ ਸਨ। ਇਹ ਉਸ ਨਾਲ ਜੁੜ ਗਈ ਸੀ। ਉਸਨੇ ਆਪਣੀ ਜੇਬ ਵਿੱਚ ਹੱਥ ਮਾਰਿਆ। ਉਸ ਦਾ ਹੱਥ ਉਸ ਛੋਟੀ ਜਿਹੀ ਲੋਹੇ ਦੀ ਕਿਰਪਾਨ 'ਤੇ ਪਿਆ ਜੋ ਉਸਨੇ ਰੱਖਣੀ ਸ਼ੁਰੂ ਕਰ ਦਿੱਤੀ ਸੀ। ਇੱਕ ਅਜਿਹਾ ਤਵੀਤ ਜਿਸ ਦਾ ਉਹ ਕਦੇ ਮਜ਼ਾਕ ਉਡਾਉਂਦਾ। ਉਹ ਹੌਲੀ-ਹੌਲੀ ਪਿੱਛੇ ਹਟਿਆ, ਆਪਣੀਆਂ ਅੱਖਾਂ ਉਸ ਪਰਛਾਵੇ ਤੋਂ ਨਹੀਂ ਹਟਾਈਆਂ। ਉਹ ਭੱਜਿਆ ਨਹੀਂ। ਉਹ ਫੈਕਟਰੀ ਤੋਂ ਬਾਹਰ ਨਿਕਲਿਆ, ਆਪਣੀ ਕਾਰ ਵਿੱਚ ਬੈਠਾ ਅਤੇ ਪੂਰਬ ਵੱਲ, ਰਸੂਲਪੁਰ ਵੱਲ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ। ਸ਼ਹਿਰ ਦੀਆਂ ਰੌਸ਼ਨੀਆਂ ਉਸ ਦੇ ਪਿਛਲੇ ਸ਼ੀਸ਼ੇ ਵਿੱਚ ਕੱਟਦੀਆਂ ਗਈਆਂ। ਉਹ ਜਾਣਦਾ ਸੀ ਕਿ ਉਹ ਹੁਣ ਚੁੱਪ ਤੋਂ ਭੱਜ ਨਹੀਂ ਸਕਦਾ। ਉਸ ਨੂੰ ਵਾਪਸ ਬੋਹੜ ਦੇ ਦਰਖਤ ਕੋਲ ਜਾਣਾ ਪਵੇਗਾ। ਉਸ ਨੂੰ ਰਸੂਲਪੁਰ ਦੀ ਜਿੰਨੀ ਦਾ ਸਾਹਮਣਾ ਕਰਨਾ ਪਵੇਗਾ। ਸ਼ਹਿਰੀ ਹੰਕਾਰ ਨਾਲ ਨਹੀਂ, ਸਗੋਂ ਇੱਕ ਅਜਿਹੇ ਆਦਮੀ ਦੀ ਡਰੀ ਹੋਈ ਨਿਮਰਤਾ ਨਾਲ ਜੋ ਹੁਣ ਵਿਸ਼ਵਾਸ ਕਰਦਾ ਸੀ। ਉਹ ਨਹੀਂ ਜਾਣਦਾ ਸੀ ਕਿ ਉਹ ਆਪਣੀ ਮੁਕਤੀ ਵੱਲ ਜਾ ਰਿਹਾ ਸੀ ਜਾਂ ਆਪਣੀ ਬਰਬਾਦੀ ਵੱਲ। ਸਿਰਫ ਇਹ ਕਿ ਵਾਪਸੀ ਦਾ ਰਸਤਾ ਹੀ ਇੱਕੋ ਇੱਕ ਰਸਤਾ ਬਚਿਆ ਸੀ। ਉਹ ਅੱਧੀ ਰਾਤ ਵੇਲੇ ਰਸੂਲਪੁਰ ਪਹੁੰਚਿਆ। ਸਵੇਰ ਤੋਂ ਠੀਕ ਪਹਿਲਾਂ ਦੇ ਉਹ ਘੰਟੇ ਜਦੋਂ ਹਨੇਰਾ ਸਭ ਤੋਂ ਸੰਘਣਾ ਹੁੰਦਾ ਹੈ। ਉਹ ਆਪਣੇ ਪਰਿਵਾਰ ਦੇ ਘਰ ਨਹੀਂ ਗਿਆ। ਇਸ ਦੀ ਬਜਾਏ ਇੱਕ ਅਜਿਹੀ ਸੂਝ ਦੁਆਰਾ ਸੇਧਿਤ ਹੋ ਕੇ ਜਿਸ ਬਾਰੇ ਉਹ ਨਹੀਂ ਜਾਣਦਾ ਸੀ, ਉਹ ਪਿੰਡ ਦੇ ਗੁਰਦੁਆਰੇ ਵੱਲ ਚਲਾ ਗਿਆ। ਪੁਰਾਣੇ ਗ੍ਰੰਥੀ ਗਿਆਨੀ ਪੂਰਨ ਸਿੰਘ ਜਗਦੀਪ ਦੇ ਘਬਰਾਹਟ ਭਰੇ ਦਸਤਕ ਨਾਲ ਜਾਗ ਪਏ। ਉਨ੍ਹਾਂ ਨੇ ਜਗਦੀਪ ਦੀ ਸਾਹੋ-ਸਾਹ ਹੋਈ, ਟੁੱਟੀ-ਭੱਜੀ ਕਹਾਣੀ ਬਿਨਾਂ ਕਿਸੇ ਹੈਰਾਨੀ ਦੇ ਸੁਣੀ। ਉਨ੍ਹਾਂ ਦੀ ਲੰਬੀ ਚਿੱਟੀ ਦਾੜ੍ਹੀ ਇੱਕ ਬੱਲਬ ਦੀ ਮੱਧਮ ਰੌਸ਼ਨੀ ਵਿੱਚ ਚਮਕ ਰਹੀ ਸੀ। ਜਦੋਂ ਜਗਦੀਪ ਨੇ ਆਪਣੀ ਗੱਲ ਖਤਮ ਕੀਤੀ ਤਾਂ ਗਿਆਨੀ ਜੀ ਨੇ ਸਿਰਫ ਸਿਰ ਹਿਲਾ ਦਿੱਤਾ। "ਤੂੰ ਹੰਕਾਰੀ ਸੀ," ਉਨ੍ਹਾਂ ਨੇ ਕਿਹਾ, "ਦੋਸ਼ ਨਾਲ ਨਹੀਂ, ਸਗੋਂ ਇੱਕ ਸ਼ਾਂਤ ਨਿਸ਼ਚਤਤਾ ਨਾਲ। ਪੁੱਤਰਾ, ਤੂੰ ਸਿਰਫ ਇੱਕ ਦਰਖਤ ਦਾ ਅਪਮਾਨ ਨਹੀਂ ਕੀਤਾ, ਤੂੰ ਇੱਕ ਪ੍ਰਾਚੀਨ ਜੀਵ ਦੇ ਘਰ ਵਿੱਚ ਦਾਖਲ ਹੋਇਆ। ਜਿੰਨੀ ਬੁਰੀ ਨਹੀਂ ਹੈ ਜਿਵੇਂ ਮਨੁੱਖ ਬੁਰੇ ਹੁੰਦੇ ਹਨ। ਇਹ ਤਾਕਤ ਅਤੇ ਹੰਕਾਰ ਦੀ ਚੀਜ਼ ਹੈ। ਤੂੰ ਉਸਦੇ ਆਪਣੇ ਖੇਤਰ ਵਿੱਚ ਉਸਦੇ ਵਜੂਦ ਦਾ ਮਜ਼ਾਕ ਉਡਾਇਆ। ਤੇਰਾ ਦਾਅਵਾ ਸਿਰਫ ਸ਼ਬਦ ਨਹੀਂ ਸੀ, ਇੱਕ ਸਦਾ ਸੀ, ਇੱਕ ਚੁਣੌਤੀ, ਅਤੇ ਉਸਨੇ ਸਵੀਕਾਰ ਕਰ ਲਿਆ। ਆਪਣੀ ਪਤਲੀ ਪਰ ਅਸਲੀ ਕਿਰਨ ਨੇ ਜਗਦੀਪ ਦੇ ਡਰ ਨੂੰ ਚੀਰ ਦਿੱਤਾ। ਮੈਂ ਕੀ ਕਰ ਸਕਦਾ ਹਾਂ? ਕੀ ਇਸ ਨੂੰ ਭਜਾਇਆ ਜਾ ਸਕਦਾ ਹੈ?
ਤੂੰ ਹਵਾ ਜਾਂ ਅੱਗ ਨੂੰ ਨਹੀਂ ਭਜਾ ਸਕਦਾ ਅਤੇ ਤੂੰ ਉਸ ਨੂੰ ਵੀ ਨਹੀਂ ਭਜਾ ਸਕਦਾ। ਗਿਆਨੀ ਜੀ ਨੇ ਸ਼ਾਂਤੀ ਨਾਲ ਕਿਹਾ, ਉਹ ਇਸ ਧਰਤੀ ਦਾ ਓਨਾ ਹੀ ਹਿੱਸਾ ਹੈ ਜਿੰਨੀ ਮਿੱਟੀ ਖੁਦ ਹੈ। ਤੈਨੂੰ ਉਸ ਨਾਲ ਲੜਨਾ ਨਹੀਂ ਚਾਹੀਦਾ। ਤੈਨੂੰ ਪਛਤਾਵਾ ਕਰਨਾ ਪਵੇਗਾ। ਤੈਨੂੰ ਸਤਿਕਾਰ ਦਿਖਾਉਣਾ ਪਵੇਗਾ। ਉਨ੍ਹਾਂ ਨੇ ਜਗਦੀਪ ਨੂੰ ਹਦਾਇਤ ਦਿੱਤੀ ਕਿ ਕੀ ਕਰਨਾ ਹੈ। ਅਗਲੇ ਦਿਨ ਸ਼ਾਮ ਵੇਲੇ ਜਦੋਂ ਦਿਨ ਅਤੇ ਰਾਤ ਇੱਕ ਦੂਜੇ ਵਿੱਚ ਘੁਲ ਮਿਲ ਜਾਂਦੇ ਹਨ, ਉਸਨੇ ਬੋਹੜ ਦੇ ਦਰਖਤ ਕੋਲ ਵਾਪਸ ਜਾਣਾ ਸੀ। ਉਸਨੇ ਕੋਈ ਹਥਿਆਰ ਨਹੀਂ ਲੈਣਾ ਸੀ, ਇੱਥੋਂ ਤੱਕ ਕਿ ਛੋਟੀ ਕਿਰਪਾਨ ਵੀ ਨਹੀਂ ਜੋ ਉਸਦਾ ਸਹਾਰਾ ਬਣ ਗਈ ਸੀ। ਉਸਨੇ ਸਿਰਫ ਇੱਕ ਸਾਧਾਰਨ ਭੇਟ ਲੈ ਕੇ ਜਾਣੀ ਸੀ। ਤਾਜ਼ੇ ਦੁੱਧ ਦਾ ਮਿੱਟੀ ਦਾ ਕਟੋਰਾ ਜਿਸ ਵਿੱਚ ਇੱਕ ਚਮਚ ਜੰਗਲੀ ਸ਼ਹਿਦ ਮਿਲਾਇਆ ਗਿਆ ਹੋਵੇ। ਤੂੰ ਇਹ ਕਟੋਰਾ ਮੁੱਖ ਤਣੇ ਦੇ ਆਧਾਰ ਤੇ ਰੱਖੇਂਗਾ, ਗਿਆਨੀ ਜੀ ਨੇ ਹਦਾਇਤ ਦਿੱਤੀ। ਉਹ ਪ੍ਰਗਟ ਹੋਵੇਗੀ। ਉਹ ਤੈਨੂੰ ਸੁੰਦਰਤਾ ਨਾਲ ਲੁਭਾਵੇਗੀ ਅਤੇ ਡਰਾਉਣੇ ਰੂਪ ਨਾਲ ਭੈਭੀਤ ਕਰੇਗੀ। ਤੂੰ ਬੋਲਣਾ ਨਹੀਂ ਹੈ, ਤੂੰ ਕੋਈ ਪ੍ਰਤੀਕਿਰਿਆ ਨਹੀਂ ਕਰਨੀ। ਤੂੰ ਸਿਰਫ ਆਪਣਾ ਸਿਰ ਝੁਕਾਉਣਾ ਹੈ ਅਤੇ ਆਪਣੇ ਦਿਲ ਵਿੱਚ ਇੱਕ ਵਿਚਾਰ ਰੱਖਣਾ ਹੈ, ਮੈਂ ਅਣਜਾਣ ਸੀ, ਮੈਂ ਗਲਤ ਸੀ, ਮੈਂ ਤੁਹਾਡੀ ਮਾਫੀ ਮੰਗਦਾ ਹਾਂ। ਅਗਲੀ ਸ਼ਾਮ ਜਿਵੇਂ ਹੀ ਸੂਰਜ ਡੁੱਬਿਆ, ਅਸਮਾਨ ਨੂੰ ਸੰਤਰੀ ਅਤੇ ਖੂਨ ਲਾਲ ਰੰਗਾਂ ਵਿੱਚ ਰੰਗਦਾ ਹੋਇਆ, ਜਗਦੀਪ ਵਾਪਸ ਬੋਹੜ ਦੇ ਦਰਖਤ ਵੱਲ ਤੁਰ ਪਿਆ। ਹਵਾ ਸ਼ਾਂਤ ਅਤੇ ਠੰਡੀ ਹੋ ਗਈ। ਉਸਦੇ ਹੱਥ, ਜਿਨ੍ਹਾਂ ਵਿੱਚ ਮਿੱਟੀ ਦਾ ਕਟੋਰਾ ਸੀ, ਕੰਬ ਰਹੇ ਸਨ। ਉਸਨੇ ਹਦਾਇਤ ਅਨੁਸਾਰ ਭੇਟ ਦਰਖਤ ਦੇ ਪੈਰਾਂ ਵਿੱਚ ਰੱਖ ਦਿੱਤੀ। ਚਮੇਲੀ ਅਤੇ ਗੁਲਾਬ ਦੀ ਮਿੱਠੀ ਖੁਸ਼ਬੂ ਤੁਰੰਤ ਹਵਾ ਵਿੱਚ ਭਰ ਗਈ। ਸੰਘਣੀ ਅਤੇ ਦਮ ਘੁੱਟਣ ਵਾਲੀ ਉਸ ਦੇ ਸਾਹਮਣੇ ਪ੍ਰਗਟ ਹੋਈ, ਆਪਣੇ ਲਾਲ ਸੂਟ ਵਿੱਚ ਚਮਕਦੀ ਹੋਈ। ਜਿੰਨੀ ਉਸਨੂੰ ਯਾਦ ਸੀ ਉਸ ਤੋਂ ਵੱਧ ਸੁੰਦਰ ਅਤੇ ਦਿਲ ਖਿਚਵੀਂ। ਮੇਰੇ ਲਈ ਵਾਪਸ ਆਇਆ, ਉਸਨੇ ਫੁਸਫੁਸਾਇਆ। ਉਸਦੀ ਆਵਾਜ਼ ਇੱਕ ਅਜਿਹੀ ਧੁਨ ਸੀ ਜੋ ਖੁਸ਼ੀ ਅਤੇ ਬੇਖੁਦੀ ਦਾ ਵਾਅਦਾ ਕਰਦੀ ਸੀ। ਰੁਕ ਜਾ, ਸ਼ਹਿਰ ਰੌਲੇ ਰੱਪੇ ਵਾਲਾ ਅਤੇ ਗੰਦਾ ਹੈ। ਇੱਥੇ ਤੈਨੂੰ ਸ਼ਾਂਤੀ ਮਿਲੇਗੀ, ਤੂੰ ਮੈਨੂੰ ਪਾਵੇਂਗਾ। ਜਗਦੀਪ ਨੇ ਆਪਣੀ ਅੱਖਾਂ ਮੀਚ ਲਈਆਂ ਅਤੇ ਸਿਰ ਝੁਕਾ ਲਿਆ। ਗਿਆਨੀ ਜੀ ਦੇ ਸ਼ਬਦ ਉਸਦੇ ਦਿਮਾਗ ਵਿੱਚ ਗੂੰਜ ਰਹੇ ਸਨ। ਮੈਂ ਅਣਜਾਣ ਸੀ, ਮੈਂ ਗਲਤ ਸੀ। ਸੁੰਦਰ ਦ੍ਰਿਸ਼ ਵਿਗੜ ਗਿਆ। ਮਧੁਰ ਆਵਾਜ਼ ਦੀ ਥਾਂ ਇੱਕ ਭਿਆਨਕ ਗੁਰਰਾਹਟ ਨੇ ਲੈ ਲਈ। ਉਸਨੇ ਇੱਕ ਪਾਸੇ ਜਲਣ ਵਾਲੀ ਗਰਮੀ ਅਤੇ ਦੂਜੇ ਪਾਸੇ ਮੌਤ ਵਰਗੀ ਠੰਡ ਮਹਿਸੂਸ ਕੀਤੀ। ਉਸਦੇ ਦਿਮਾਗ ਵਿੱਚ ਇੱਕ ਦ੍ਰਿਸ਼ ਚਮਕਿਆ। ਉਸਦੀ ਫੈਕਟਰੀ ਸੜ ਕੇ ਸੁਆਹ ਹੋ ਰਹੀ ਸੀ। ਫਿਰ ਇੱਕ ਹੋਰ, ਉਸਦਾ ਚਚੇਰਾ ਭਰਾ ਹਰਨੇਕ। ਉਸਦਾ ਚਿਹਰਾ ਇੱਕ ਚੁੱਪ ਚੀਕ ਵਿੱਚ ਵਿਗੜਿਆ ਹੋਇਆ। ਉਸਨੇ ਆਪਣੀ ਗਰਦਨ ਤੇ ਇੱਕ ਭੂਤ ਪ੍ਰੇਤ ਦਾ ਛੋਹ ਮਹਿਸੂਸ ਕੀਤਾ, ਸੂਈ ਵਾਂਗ ਤਿੱਖਾ ਅਤੇ ਠੰਡਾ। ਉਹ ਚੀਕਣਾ, ਭੱਜਣਾ, ਲੜਨਾ ਚਾਹੁੰਦਾ ਸੀ, ਪਰ ਉਹ ਡਟਿਆ ਰਿਹਾ। ਉਸਨੇ ਆਪਣਾ ਸਿਰ ਝੁਕਾਏ ਰੱਖਿਆ। ਉਹ ਚੁੱਪਚਾਪ ਮਾਫੀ ਮੰਗਣ ਦੇ ਸ਼ਬਦ ਇੱਕ ਮੰਤਰ ਵਾਂਗ ਦੁਹਰਾਉਂਦਾ ਰਿਹਾ। ਫਿਰ ਜਿੰਨੀ ਅਚਾਨਕ ਇਹ ਸ਼ੁਰੂ ਹੋਇਆ ਸੀ, ਉਨੀ ਹੀ ਅਚਾਨਕ ਖਤਮ ਹੋ ਗਿਆ। ਉਹ ਦਮ ਘੁੱਟਣੇ ਵਾਲੀ ਮੌਜੂਦਗੀ ਗਾਇਬ ਹੋ ਗਈ। ਹਵਾ ਗਰਮ ਹੋ ਗਈ ਅਤੇ ਝਿੰਗੁਰਾ ਦੀ ਆਵਾਜ਼ ਮੁੜ ਸ਼ੁਰੂ ਹੋ ਗਈ। ਚਮੇਲੀ ਦੀ ਖੁਸ਼ਬੂ ਚਲੀ ਗਈ ਸੀ। ਉਸਦੀ ਥਾਂ ਪਿੰਡ ਦੀ ਸਾਧਾਰਨ ਮਿੱਟੀ ਦੀ ਮਹਿਕ ਨੇ ਲੈ ਲਈ ਸੀ। ਉਸਨੇ ਹੌਲੀ-ਹੌਲੀ ਆਪਣਾ ਸਿਰ ਚੁੱਕਿਆ। ਉਹ ਇਕੱਲਾ ਸੀ। ਮਿੱਟੀ ਦਾ ਕਟੋਰਾ ਦਰਖਤ ਦੇ ਹੇਠਾਂ ਬਿਨਾਂ ਛੂਹਿਆ ਪਿਆ ਸੀ। ਸੰਪਰਕ ਟੁੱਟ ਗਿਆ ਸੀ। ਜਗਦੀਪ ਲੁਧਿਆਣੇ ਵਾਪਸ ਨਹੀਂ ਗਿਆ। ਉਹ ਰਸੂਲਪੁਰ ਵਿੱਚ ਹੀ ਰਹਿ ਗਿਆ। ਆਪਣੇ ਪਰਿਵਾਰ ਦੇ ਖੇਤਾਂ ਵਿੱਚ ਕੰਮ ਕਰਨ ਲੱਗਿਆ। ਸ਼ਹਿਰੀ ਮੁੰਡਾ ਚਲਾ ਗਿਆ ਸੀ। ਉਸਦੀ ਥਾਂ ਇੱਕ ਸ਼ਾਂਤ, ਵਿਚਾਰਸ਼ੀਲ ਆਦਮੀ ਨੇ ਲੈ ਲਈ ਸੀ। ਉਸਨੇ ਕਦੇ ਇਸ ਬਾਰੇ ਗੱਲ ਨਹੀਂ ਕੀਤੀ ਕਿ ਕੀ ਹੋਇਆ ਸੀ, ਪਰ ਹਰ ਸ਼ਾਮ ਉਹ ਦੂਰੀ ਤੇ ਪੁਰਾਣੇ ਬੋਹੜ ਦੇ ਦਰਖਤ ਵੱਲ ਵੇਖਦਾ, ਡਰ ਨਾਲ ਨਹੀਂ, ਸਗੋਂ ਉਸ ਅਦਿੱਖ ਸੰਸਾਰ ਲਈ ਇੱਕ ਡੂੰਘੇ ਅਤੇ ਨਿਮਰ ਸਤਿਕਾਰ ਨਾਲ, ਜਿਸਨੂੰ ਉਸਨੇ ਕਦੇ ਮੂਰਖਤਾ ਨਾਲ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਸਨੇ ਚੁੱਪ ਦਾ ਸਾਹਮਣਾ ਕੀਤਾ ਸੀ ਅਤੇ ਬਚ ਗਿਆ ਸੀ, ਇਸ ਦੇ ਭਿਆਨਕ ਪ੍ਰਾਚੀਨ ਰਾਜ਼ ਦੁਆਰਾ ਹਮੇਸ਼ਾ ਲਈ ਨਿਸ਼ਾਨਬੱਧ ਹੋ ਕੇ।